ਨਾਵਲ ਗੋਲੀ ਚੱਲਦੀ ਗਈ ਅਥਵਾ ਬੱਬਰਾਂ ਦੀ ਵਿਥਿਆ ਭਾਗ ਨੰਬਰ 34। ਸੰਨ 1923-24 ਈਸਵੀ ਦੇ ਸਾਲ ਸਿੱਖ ਕੌਮ ਵਾਸਤੇ ਇਨਕਲਾਬੀ ਸਾਲ ਸਨ। ਸਿੱਖ ਕੌਮ ਨੇ ਜੀਵਨ ਦੀ ਬਾਜ਼ੀ ਲਾਈ ਹੋਈ ਸੀ। ਬਰਤਾਨਵੀ ਸਾਮਰਾਜ ਦੇ ਨਾਲ ਟੱਕਰ ਸੀ ਤੇ ਉਹ ਵੀ ਬਿਨਾਂ ਹਥਿਆਰਾਂ ਤੋਂ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਲਾਏ ਸ਼ਾਂਤਮਈ ਸੱਤਿਆਗ੍ਰਹਿ ਦੇ ਢੰਗ ਨਾਲ ਘੋਲ ਜਾਰੀ ਸੀ। ਗੁਰੂ ਕੇ ਬਾਗ ਦਾ ਮੋਰਚਾ ਖਤਮ ਹੋਇਆ ਤਾਂ ਨਾਭੇ ਦਾ ਮੋਰਚਾ ਸ਼ੁਰੂ ਹੋ ਗਿਆ। ਸਾਰੀ ਕੌਮ ਹੀ ਜੇਲ੍ਹਾਂ 'ਚ ਬੈਠਣ, ਗੋਲੀਆਂ ਖਾਣ ਤੇ ਜਾਇਦਾਦਾਂ ਜ਼ਬਤ ਕਰਾਉਣ ਤੇ ਤੁਲ ਪਈ ਸੀ। ਪੰਜਾਬ ਦੀਆਂ ਜੇਲ੍ਹਾਂ ਵਿੱਚ ਸਿੱਖ ਹੀ ਸਿੱਖ। ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਜੇਲ੍ਹਾਂ ਦੀਆਂ ਬੈਰਕਾਂ ਗੂੰਜਦੀਆਂ ਰਹੀਆਂ ਸਨ। ਬੱਬਰ ਅਕਾਲੀ ਫੜੇ ਗਏ। ਪੁਲਿਸ ਦੇ ਤਸ਼ੱਦਦ ਨੇ ਕਈ ਵੱਡੇ ਹੌਸਲੇ ਵਾਲਿਆਂ ਨੂੰ ਵੀ ਮੁਖਬਰ ਤੇ ਸੁਲਤਾਨੀ ਗਵਾਹ ਬਣਾ ਲਿਆ। ਸੰਤ ਕਰਤਾਰ ਸਿੰਘ, ਮਹਿੰਦਰ ਸਿੰਘ, ਕਿਰਪਾਲ ਸਿੰਘ ਤੇ ਕੁਝ ਹੋਰਾਂ ਨੇ ਕੋਈ ਪੌਣੇ 200 ਬੰਦੇ ਗ੍ਰਿਫਤਾਰ ਕਰਵਾਏ। ਚਲਾਨ ਕਰਨ ਤੋਂ ਪਹਿਲਾਂ ਪੜਤਾਲ ਹੋਈ। ਪੁੱਛਗਿੱਛ ਦੇ ਸਮੇਂ ਅਨੇਕਾਂ ਨਾਲ ਸਖਤੀ ਕੀਤੀ ਗਈ। ਜਿਨ੍ਹਾਂ ਦਾ ਗਵਾਹ ਕੋਈ ਨਾ ਬਣਿਆ ਜਾਂ ਸਬੂਤ ਵੀ ਕੋਈ ਨਹੀਂ ਕਿ ਉਹ ਬੱਬਰ ਸਨ, ਉਹਨਾਂ ਕੋਲੋਂ ਪੁਲਿਸ ਨੇ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੱਤਾ। ਫਿਰ ਵੀ 9 ਬੰਦਿਆਂ ਦਾ ਚਲਾਨ ਕਰਕੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਲਾਹੌਰ ਜੇਲ੍ਹ ਵਿੱਚ ਪਹਿਲਾਂ ਹੀ ਰੌਣਕ ਸੀ। ਗੁਰਦੁਆਰਾ ਲਹਿਰ ਦੇ ਸਬੰਧ ਵਿੱਚ ਗ੍ਰਿਫਤਾਰ ਹੋਏ ਸਿੰਘ ਬੈਠੇ ਸਨ। ਭਾਰਤ ਦੀਆਂ ਜੇਲ੍ਹਾਂ ਵਿੱਚ ਭਾਵੇਂ ਅਜੇ ਵੀ ਚੰਗੇ ਸੁਧਾਰ ਨਹੀਂ ਹੋਏ, ਅਜੇ ਵੀ ਕੈਦੀ ਨੂੰ ਪੂਰੇ ਇਨਸਾਨੀ ਹੱਕ ਨਹੀਂ ਦਿੱਤੇ ਜਾਂਦੇ, ਪਰ 1923-24 ਵਿੱਚ ਤੇ ਉਸ ਤੋਂ ਪਹਿਲਾਂ ਤਾਂ ਵਿਦੇਸ਼ੀ ਰਾਜ ਨੇ ਦੇਸ਼ ਦੀ ਸੁਤੰਤਰਤਾ ਨੂੰ ਕੁਚਲਣ ਵਾਸਤੇ ਜੇਲ੍ਹਾਂ 'ਚ ਬਹੁਤ ਹੀ ਭੈੜੇ ਵਰਤਾਓ ਕੀਤੇ ਸਨ। ਜਿਉਂਦਿਆਂ ਨਰਕ ਸਨ ਜੇਲ੍ਹਾਂ। ਜੇਲ੍ਹ ਦੀ ਡਿਊਟੀ ਵਿੱਚ ਬੈਠੇ ਕੈਦੀ ਨੂੰ ਫੱਟ ਪਤਾ ਲੱਗ ਜਾਂਦਾ ਸੀ ਕਿ ਹੁਣ ਉਹ ਜਿਉਂਦਾ ਪੁਰਸ਼ ਨਹੀਂ ਰਿਹਾ, ਸਗੋਂ ਮਰ ਗਿਆ ਤੇ ਉਸ ਦੀ ਰੂਹ ਤੇ ਉਸ ਦੇ ਤਨ ਨੂੰ ਜਮਦੂਤਾਂ ਨੇ ਸੰਭਾਲ ਲਿਆ। ਲਾਹੌਰ ਸੈਂਟਰਲ ਜੇਲ੍ਹ ਦਾ ਹਾਤਾ ਕੋਈ 1 ਸੈਂਕੜਾ ਘੁਮਾ ਦੇ ਘੇਰੇ ਵਿੱਚ ਹੁੰਦਾ ਸੀ। ਪਿੱਛੋਂ ਕੁਝ ਤਬਦੀਲੀਆਂ ਹੋਈਆਂ। ਜੇਲ੍ਹਾਂ ਦੇ ਚੱਕਰ ਦੇ ਪੱਛਮ ਵੱਲ ਕੋਲੂ ਖਰਾਸ ਤੇ ਬੰਬਾ ਹੁੰਦਾ ਸੀ। ਉਸ ਦੇ ਲਾਗੇ ਹੀ ਛਾਪਾਖਾਨਾ ਤੇ ਕਾਗਜ਼ ਬਣਾਉਣ ਦਾ ਕਾਰਖਾਨਾ। ਉਧਰ ਹੀ 2 ਬੈਰਕਾਂ ਸਨ, ਵੱਡੀਆਂ ਬੈਰਕਾਂ ਜਿਨ੍ਹਾਂ ਵਿੱਚ ਕੋਈ 100 ਥੜੀਆਂ ਬਣੀਆਂ ਹੋਈਆਂ ਸਨ। ਇੱਕ ਬੈਰਕ ਵਿੱਚ ਕੋਈ 70 ਬੱਬਰਾਂ ਨੂੰ ਬੰਦ ਕੀਤਾ ਹੋਇਆ ਸੀ। ਬਾਕੀ ਦੇ 20, ਜਿਨ੍ਹਾਂ 'ਚ ਸਰਦਾਰ ਕਿਸ਼ਨ ਸਿੰਘ ਗੜਗੱਜ, ਬੰਤਾ ਸਿੰਘ ਤੇ ਦਲੀਪ ਸਿੰਘ ਆਦਿਕ ਮੁਖੀਏ ਸਨ, ਨੂੰ ਚੱਕਰ ਦੇ ਪੂਰਬੀ ਪਾਸੇ ਕੋਠੜੀਆਂ ਵਿੱਚ ਬੰਦ ਕੀਤਾ ਗਿਆ ਸੀ। ਕੋਠੜੀ ਵਿੱਚ ਕੰਬਲ, ਇੱਕ ਘੜਾ ਪਾਣੀ ਦਾ, ਲੋਹੇ ਦਾ ਬਾਟਾ ਤੇ ਨੁੱਕਰ ਵਿੱਚ ਜੰਗਲ ਪਾਣੀ ਵਾਸਤੇ ਕੁਠਾਲੀ ਹੁੰਦੀ ਸੀ। ਉਹਨਾਂ ਰਾਤ ਦਿਨ ਬੰਦ ਰਹਿਣਾ। ਕੰਬਲ ਗੰਦੇ ਤੇ ਜੂਆਂ ਨਾਲ ਭਰੇ ਹੁੰਦੇ ਸਨ। ਮੱਛਰ ਦਿਨੇ ਵੀ ਦਮ ਨਹੀਂ ਸੀ ਲੈਂਦਾ। ਸਾਫ਼ ਸੁਥਰੀ ਹਵਾ ਕੋਠੜੀਆਂ ਵਿੱਚ ਜਾਂਦੀ ਨਹੀਂ ਸੀ। ਖਤਰਨਾਕ ਬੰਦਿਆਂ ਨੂੰ ਕੋਠੜੀਆਂ ਅਥਵਾ ਚੱਕੀਆਂ ਵਿੱਚ ਬੰਦ ਰੱਖਿਆ ਜਾਂਦਾ ਸੀ। ਜਿਹੜੇ ਸਿੰਘ ਬੈਰਕ ਵਿੱਚ ਬੰਦ ਕੀਤੇ ਹੁੰਦੇ ਸਨ, ਉਹਨਾਂ ਨੂੰ ਇਹ ਸੁੱਖ ਸੀ ਕਿ ਇਕੱਠੇ ਬੈਠ ਕੇ ਬਚਨ ਵਿਲਾਸ ਕਰਦੇ ਰਹਿੰਦੇ, ਮਨ ਲੱਗਾ ਰਹਿੰਦਾ। ਬਾਕੀ ਤੰਗੀਆਂ ਵੈਸੀਆਂ ਹੀ ਸਨ। ਸਰਦਾਰ ਕਿਸ਼ਨ ਸਿੰਘ ਤੇ ਉਸਦੇ ਅਸਲ ਸਾਥੀ ਤਾਂ ਕਿਸੇ ਦੁੱਖ ਤੰਗੀ ਤੋਂ ਨਹੀਂ ਸਨ ਘਬਰਾਉਂਦੇ, ਪਰ ਜਿਹੜੇ ਐਵੇਂ ਸ਼ੱਕ ਨਾਲ ਕੇਸ ਵਿੱਚ ਵਲੇਟੇ ਗਏ ਸਨ, ਉਹਨਾਂ ਨੇ ਦੇਖਿਆ ਕਿ ਕੈਦੀ ਪਸ਼ੂਆਂ ਵਾਂਗ ਬੰਬੀ ਗੇੜਦੇ ਤੇ ਖਰਾਸ ਚਲਾਉਂਦੇ ਸਨ, ਤੇ ਜਦੋਂ ਕੋਈ ਥੱਕ ਜਾਂਦਾ ਸੀ ਜਾਂ ਹੌਲੀ-ਹੌਲੀ ਤੁਰਦਾ ਸੀ ਤਾਂ ਪਸ਼ੂਆਂ ਵਾਂਗ ਹੀ ਚਾਬੁਕ ਪੈਂਦੇ ਸਨ। ਨੰਗੇ ਪਿੰਡਿਆਂ ਤੇ ਲਾਸ਼ਾਂ ਪੈ ਜਾਂਦੀਆਂ ਸਨ। ਜ਼ਖਮ ਹੋ ਜਾਂਦੇ, ਲਹੂ ਸਿੰਮ ਪੈਂਦਾ ਤੇ ਪੀੜ ਨਾਲ ਜਵਾਨਾਂ ਦੀਆਂ ਡਾਢਾਂ ਨਿਕਲ ਜਾਂਦੀਆਂ ਸਨ। ਕੋਈ ਬਿਮਾਰ ਹੁੰਦਾ ਜਾਂ ਦੁਖੀ, ਜੇਲ੍ਹ ਅਧਿਕਾਰੀਆਂ ਵਾਸਤੇ ਸਭ ਅੱਛਾ ਹੀ ਹੁੰਦਾ ਸੀ। ਰੋਟੀ ਅੱਧੀ ਮਿੱਟੀ ਅੱਧੀ ਆਟੇ ਵਾਲੀ ਹੀ ਹੁੰਦੀ, ਉਹ ਸੰਗੋਂ ਨਾ ਲੰਘਦੀ। ਦਾਲ ਸਬਜ਼ੀ ਵੀ ਉਹ ਰਿੱਝਦੀ ਜਿਸ ਨੂੰ ਪਸ਼ੂ ਵੀ ਨਾ ਖਾਣ। ਪੱਠੇ ਹੀ ਰਿੰਨ ਕੇ ਲੂਣ ਪਾਇਆ ਜਾਂਦਾ। ਤੇਲ, ਆਟਾ, ਦਾਲਾਂ ਅਤੇ ਚੰਗੀਆਂ ਸਬਜ਼ੀਆਂ ਜੇਲ੍ਹ ਅਧਿਕਾਰੀ ਖਾ ਜਾਂਦੇ। ਐਸੀ ਚੰਦਰੀ ਰੋਟੀ ਨੂੰ ਖਾ ਕੇ ਕਈ ਬੱਬਰ ਬਿਮਾਰ ਹੋ ਗਏ। ਉਹਨਾਂ ਦਾ ਇਲਾਜ ਕੋਈ ਕਰਦਾ ਨਹੀਂ ਸੀ ਤੇ ਘਰ ਦੇ ਵਾਰਸਾਂ ਨੂੰ ਮੁਲਾਕਾਤ ਕਰਨ ਦੀ ਖੁੱਲ੍ਹ ਨਹੀਂ ਸੀ।
ਵਾਰਿਸ ਪਿੱਛੇ ਤੜਪਦਾ ਤੇ ਬੰਦੀਬਾਨ ਜੇਲ੍ਹ ਵਿੱਚ। 3 ਬਹਾਦਰਤਾ ਮੁਕੱਦਮੇ ਦਾ ਫੈਸਲਾ ਸੁਣਨ ਤੋਂ ਪਹਿਲਾਂ ਹੀ ਜੇਲ੍ਹ 'ਚ ਤੰਗੀ ਨਾਲ ਤੜਪ ਕੇ ਮਰ ਗਏ। ਬੱਬਰਾਂ ਤੇ ਮੁਕੱਦਮਾ ਚਲਾਉਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਉਚੇਚੀ ਅਦਾਲਤ ਕਾਇਮ ਕੀਤੀ ਸੀ। ਉਸ ਦਾ ਜੱਜ ਸੀ ਮਿਸਟਰ M.A. ਬੁੱਲ। ਉਹ ਪੱਥਰ ਦਿਲ ਕੱਟੜ ਅੰਗਰੇਜ਼ ਸੀ ਤੇ ਸਾਰੇ ਭਾਰਤੀਆਂ ਨੂੰ ਕੁਲੀ ਸਮਝਣ ਵਾਲਾ ਸੀ। ਉਸ ਦੀ ਅਦਾਲਤ 'ਚ 88 ਬੱਬਰਾਂ ਦਾ ਚਲਾਨ ਪੇਸ਼ ਹੋਇਆ। ਸਰਕਾਰ ਵੱਲੋਂ ਦੀਵਾਨ ਪਿੰਡੀ ਦਾਸ ਸੱਭਰਵਾਲ ਤੇ ਠਾਕਰ ਦਾਸ ਕੋਰਟ ਇੰਸਪੈਕਟਰ ਸਨ। ਇਹ ਦੋਵੇਂ ਹਿੰਦੀ ਸਨ। ਚੰਗੇ ਕੱਟੜ ਟੋਡੀ ਵੱਧ ਤੋਂ ਵੱਧ ਵਤਨ ਪ੍ਰਸਤਾਂ ਨੂੰ ਸਜ਼ਾ ਦਵਾ ਕੇ ਵਫਾਦਾਰੀ ਦਾ ਸਬੂਤ ਦਿੰਦੇ ਸਨ। ਬੱਬਰਾਂ ਦੇ ਵਾਰਸਾਂ, ਦੇਸ਼ ਭਗਤਾਂ ਤੇ ਭਾਰਤ ਦੇ ਦਾਨੀ ਸਪੁੱਤਰਾਂ ਨੇ ਬੱਬਰਾਂ ਦਾ ਮੁਕੱਦਮਾ ਲੜਨ ਵਾਸਤੇ ਮਾਇਆ ਇਕੱਤਰ ਕੀਤੀ। 400 ਰੁਪਇਆ ਰੋਜ਼ਾਨਾ ਫੀਸ ਦੇਣੀ ਕਰਕੇ ਸ਼੍ਰੀ ਭਗਤ ਰਾਮਪੁਰੀ ਨੂੰ ਵਕੀਲ ਪੇਸ਼ ਕੀਤਾ। ਪੁਰੀ ਨੇ ਬੜੇ ਹੌਸਲੇ ਨਾਲ ਤਨੋ ਮਨੋ ਹੋ ਕੇ ਕੇਸ ਲੜਿਆ, ਪਰ ਉਹ ਇਕੱਲਾ ਸੀ ਤੇ ਟੋਡੀ ਬਹੁਤ ਸਨ। ਕਈ ਮਹੀਨੇ ਮੁਕੱਦਮਾ ਚੱਲਦਾ ਰਿਹਾ। ਕੁਝ ਸੱਚੇ ਤੇ ਬਹੁਤੇ ਝੂਠੇ ਗਵਾਹ ਪੇਸ਼ ਹੋਏ। ਦੁਆਬੇ ਦੀ ਪੁਲਿਸ, ਨੰਬਰਦਾਰਾਂ, ਜ਼ੈਲਦਾਰਾਂ ਤੇ ਚੌਂਕੀਦਾਰਾਂ ਨੇ ਝੂਠ ਬੋਲਣ ਤੇ ਦੇਸ਼ ਨਾਲ ਧਰੋਹ ਕਰਨ ਦੀ ਕੋਈ ਕਸਰ ਨਾ ਛੱਡੀ। ਵੱਧ ਚੜ ਕੇ ਗਵਾਹੀਆਂ ਦਿੱਤੀਆਂ ਤੇ ਮਿਸਟਰ M.A. ਬੁੱਲ ਨੇ ਸਾਰੇ ਦੋਸ਼ੀਆਂ ਨੂੰ ਸੈਸ਼ਨ ਸਪੁਰਦ ਕਰਨ ਦਾ ਬਿਆਨ 7 ਅਪ੍ਰੈਲ 1920 ਈਸਵੀ ਨੂੰ ਲਿਖ ਦਿੱਤਾ। ਉਸਨੇ ਬਿਆਨ ਕਰੜਾ ਲਿਖਿਆ। ਸਰਦਾਰ ਕਿਸ਼ਨ ਸਿੰਘ ਨੂੰ ਸਾਜ਼ਿਸ਼ ਤੇ ਬਾਦਸ਼ਾਹ ਵਿਰੁੱਧ ਬਗਾਵਤ ਕਰਨ ਵਾਲਿਆਂ ਦਾ ਮੁਖੀਆ ਦੱਸ ਕੇ ਲਿਖਿਆ। ਭਾਵੇਂ ਇਸਨੇ ਜ਼ੁਰਮ ਵਿੱਚ ਹਿੱਸਾ ਨਹੀਂ ਲਿਆ, ਫਿਰ ਵੀ ਇਹ ਸਭ ਤੋਂ ਵਧੇਰੇ ਦੋਸ਼ੀ ਹੈ ਕਿਉਂਕਿ ਦੋਸ਼ੀਆਂ ਨੂੰ ਤਰਕੀਬ ਦੇਣ ਵਾਲਾ ਹੈ। ਸਾਰਿਆਂ ਦਾ ਮੁਕੱਦਮਾ ਸੈਸ਼ਨ ਸਪੁਰਦ ਹੋ ਗਿਆ। ਸੈਸ਼ਨ ਮਿਸਟਰ ਟੈਂਪ ਸੀ। 8 ਮਹੀਨੇ ਪਿੱਛੋਂ ਤਰੀਕ ਪੇਸ਼ੀ ਨਿਕਲੀ। ਪਹਿਲੀ ਅਦਾਲਤ ਵਾਂਗ ਫਿਰ ਗਵਾਹ ਪੇਸ਼ ਕੀਤੇ ਗਏ। ਗਵਾਹ ਐਸੇ ਪੱਕੇ ਕੀਤੇ ਸਨ, ਇੰਨਾ ਭੈ ਦਿੱਤਾ ਹੋਇਆ ਸੀ ਕਿ ਉਹ ਇੱਕ ਨੁਕਤੇ ਤੋਂ ਨਾ ਥਿੜਕੇ। ਤੋਤੇ ਵਾਂਗ ਮੁਹਾਰਨੀ ਪੜੀ ਗਏ। ਫਿਰ ਵੀ ਕੁਝ ਬੰਦਿਆਂ ਦੇ ਨਿਰਦੋਸ਼ ਹੋਣ ਦਾ ਮਿਸਟਰ ਟੈਂਪ ਨੂੰ ਸ਼ੱਕ ਪੈ ਹੀ ਗਿਆ। ਉਸਨੇ ਸਮਝ ਲਿਆ ਕਿ ਖਤਰਨਾਕ ਲਹਿਰ ਨੂੰ ਦਬਾਉਣ ਵਾਸਤੇ ਪੁਲਿਸ ਨੇ ਕੁਝ ਬਹੁਤੀ ਹੀ ਵਫਾਦਾਰੀ ਦਿਖਾਈ ਸੀ। ਸਰਦਾਰ ਕਿਸ਼ਨ ਸਿੰਘ ਗੜਕਾਚ ਪਿੰਡ ਵਿਣਗ ਨੇ ਦੋਹਾਂ ਅਦਾਲਤਾਂ ਵਿੱਚ ਬੜੀ ਨਿਡਰਤਾ ਤੇ ਸੱਚਾਈ ਨਾਲ ਬਿਆਨ ਦਿੱਤਾ। ਉਸਨੇ ਸਾਫ਼ ਕਿਹਾ, ਅੰਗਰੇਜ਼ ਭਾਰਤ ਵਿੱਚ ਵਪਾਰੀ ਬਣ ਕੇ ਆਏ ਤੇ ਭਾਰਤੀਆਂ ਦੀਆਂ ਕਈ ਕਮਜ਼ੋਰੀਆਂ ਤੋਂ ਲਾਭ ਉਠਾ ਕੇ ਧੱਕੇ ਨਾਲ ਭਾਰਤ ਦੇ ਮਾਲਕ ਬਣ ਬੈਠੇ ਹਨ। ਭਾਰਤੀਆਂ ਨੂੰ ਮਨੁੱਖ ਨਹੀਂ ਸਮਝਦੇ ਤੇ ਮਨੁੱਖਤਾ ਵਾਲਾ ਬਰਾਬਰ ਦਾ ਸਲੂਕ ਨਹੀਂ ਕਰਦੇ ਤੇ ਜੀਵਨ ਦੇ ਹਰ ਪੱਖ ਤੋਂ ਪਿੱਛੇ ਰੱਖਦੇ ਹਨ। ਭਾਰਤ ਦੀ ਦੌਲਤ ਨੂੰ ਹਰ ਤਰੀਕੇ ਨਾਲ ਲੁੱਟ ਕੇ ਵਲੈਤ ਲਈ ਜਾਂਦੇ ਹਨ। ਅੱਜ ਸੁਤੰਤਰਤਾ ਤੇ ਸਮਾਨਤਾ ਦਾ ਯੁੱਗ ਹੈ। ਸੁਤੰਤਰਤਾ ਪ੍ਰਾਪਤ ਕਰਨ ਲਈ ਮੇਰੇ ਵਤਨੀਆਂ ਨੇ ਜਿਹੜਾ ਸ਼ਾਂਤਮਈ ਢੰਗ ਅਪਣਾਇਆ ਸੀ, ਸਾਮਰਾਜੀ ਨੌਕਰਸ਼ਾਹੀ ਨੇ ਉਸ ਨੂੰ ਸਮਝਣ ਦਾ ਯਤਨ ਨਾ ਕੀਤਾ, ਚੰਗੇ ਮਾੜੇ ਦੀ ਪਛਾਣ ਨਾ ਕੀਤੀ, ਬਸ ਸਭ ਦਾ ਨਿਰਾਦਰ ਕੀਤਾ। ਨਿਹੱਥੇ ਤੇ ਸ਼ਾਂਤ ਲੋਕਾਂ ਨੂੰ ਡਾਂਗਾਂ ਨਾਲ ਕੁੱਟ-ਕੁੱਟ ਕੇ ਬੇਹੋਸ਼ ਕੀਤਾ। ਝੂਠੀਆਂ ਸ਼ਿਕਾਇਤਾਂ ਅਤੇ ਬੇਉੜਕ ਅਤਿਆਚਾਰ ਕੀਤੇ। ਮਾਸੂਮਾਂ ਤੇ ਲਹੂ ਨਾਲ ਹੱਥ ਰੰਗੇ। ਸਾਡੇ ਹੀ ਵੀਰਾਂ ਨੂੰ ਖਿਤਾਬਾਂ, ਮੁਰੱਬਿਆਂ ਦਾ ਲਾਲਚ ਦੇ ਕੇ ਦੇਸ਼ ਭਗਤਾਂ ਦੇ ਵਿਰੁੱਧ ਕੀਤਾ। ਮੈਂ ਪੁੱਛਦਾ ਹਾਂ, ਝੋਲੀ ਚੁੱਕਾਂ ਨੂੰ ਜੋ ਮੁਰੱਬੇ ਦਿੱਤੇ ਜਾਂਦੇ ਹਨ, ਉਹ ਇੰਗਲਿਸ਼ਤਾਨ ਦੀ ਧਰਤੀ ਤੇ ਕਿਉਂ ਨਹੀਂ ਦਿੱਤੇ ਜਾਂਦੇ? ਨੀਲੀ ਤੇ ਸੰਦਲਬਾਰ ਦੀ ਧਰਤੀ ਸਾਡੀ ਹੈ, ਅਸੀਂ ਮਾਲਕ ਹਾਂ। ਅੰਗਰੇਜ਼ ਧਰਤੀ ਦੇ ਕੀ ਲੱਗਦੇ ਹਨ? ਬਿਆਨ ਦੇਣ ਵੇਲੇ ਸਰਦਾਰ ਕਿਸ਼ਨ ਸਿੰਘ ਦਾ ਚਿਹਰਾ ਲਾਲ ਹੁੰਦਾ ਗਿਆ। ਉਸ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਸੀ। ਉਹ ਹੋਰ ਜੋਸ਼ ਨਾਲ ਬੋਲਿਆ, ਮੈਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ। ਸਿੱਖ ਕਦੇ ਝੂਠ ਨਹੀਂ ਬੋਲਦਾ। ਸਤਿਗੁਰਾਂ ਨੇ ਅਸਾਂ ਨੂੰ ਖੰਡੇ ਦਾ ਅੰਮ੍ਰਿਤ ਬਖਸ਼ ਕੇ ਸਿੰਘ ਬਣਾਇਆ ਸੀ। ਧਰਮ, ਵਤਨ ਤੇ ਕੌਮ ਬਦਲੇ ਆਪਾ ਵਾਰਨ ਦੀ ਸਿੱਖਿਆ ਦਿੱਤੀ ਸੀ ਤੇ ਕਿਹਾ ਸੀ, ਜਦੋਂ ਵੈਰੀ ਸ਼ਾਂਤਮਈ ਢੰਗਾਂ ਦੇ ਨਾਲ ਵੱਸ ਨਾ ਹੋਏ ਤਾਂ ਖੰਡਾ ਖੜਕਾਉਣਾ ਠੀਕ ਹੈ। ਮੈਂ ਤੇ ਮੇਰੇ ਸਾਥੀਆਂ ਨੇ ਝੋਲੀ ਚੁੱਕਾਂ ਨੂੰ ਸੋਧਣਾ ਤੇ ਦੇਸ਼ ਨੂੰ ਬਰਤਾਨਵੀ ਰਾਜ ਦੇ ਗੁਲਾਮੀ ਦੇ ਜੂਲੇ ਹੇਠੋਂ ਕੱਢਣ ਦੀ ਇੱਕ ਲੜਾਈ ਆਰੰਭੀ ਸੀ। ਗੋਲੀ ਦਾ ਆਸਰਾ ਲਿਆ ਸੀ। ਸਰਕਾਰ ਸਮਝਦੀ ਹੈ ਅਸੀਂ ਸਾਰੇ ਫੜੇ ਗਏ ਹਾਂ,
ਸਾਡੇ ਖੁਫੀਆ ਅੱਡੇ ਨਸ਼ਟ ਕਰ ਦਿੱਤੇ ਗਏ ਹਨ। ਪਰ ਮੈਂ ਸੱਚ ਆਖਦਾ ਹਾਂ, ਜਿੰਨਾ ਚਿਰ ਭਾਰਤ ਦੇ ਕਿਸੇ ਵੀ ਕਿਲੇ ਜਾਂ ਥਾਣੇ ਤੇ ਯੂਨੀਅਨ ਜੈਕ ਝੁੱਲੇਗਾ, ਉਨਾ ਚਿਰ ਗੋਲੀ ਚੱਲਦੀ ਹੀ ਰਹੇਗੀ। ਸਾਡਾ ਇਹ ਸੁਤੰਤਰਤਾ ਘੋਲ ਅਮੁੱਕ ਤੇ ਅਰੋਕ ਹੈ। ਮੇਰੀ ਮੌਤ ਦੇ ਪਿੱਛੋਂ ਅਨੇਕਾਂ ਹੀ ਨੌਜਵਾਨ ਉੱਠਣਗੇ, ਜਿਨ੍ਹਾਂ ਕੋਲ ਬੰਦੂਕਾਂ ਹੀ ਨਹੀਂ ਸਗੋਂ ਤੋਪਾਂ ਹੋਣਗੀਆਂ, ਹਵਾਈ ਜਹਾਜ਼ ਹੋਣਗੇ, ਤੇ ਇੱਕ ਦਿਨ ਸਾਰਾ ਭਾਰਤ ਆਜ਼ਾਦ ਹੋਵੇਗਾ। ਮੈਂ ਨਹੀਂ ਮੁੱਕਰਦਾ, ਮੈਂ ਸਭ ਕੁਝ ਆਖਿਆ ਹੈ। ਮੈਂ ਸਤਿਗੁਰੂ ਦਾ ਸਿੱਖ ਹਾਂ, ਮੇਰੇ ਹੱਥ ਕੜਾ ਹੈ, ਮੈਂ ਬਾਗੀ ਹਾਂ। ਬਰਤਾਨਵੀ ਸਾਮਰਾਜ ਦੇ ਵਿਰੁੱਧ ਬਗਾਵਤ ਕਰਨ ਦਾ ਮੈਂ ਯਤਨ ਕੀਤਾ ਹੈ। ਗੋਰਾ ਕੌਮ ਦੇ ਧੋਖੇ, ਬੇਈਮਾਨੀ ਤੇ ਅਤਿਆਚਾਰਾਂ ਹੇਠ ਮਰ ਰਹੀ ਜਨਤਾ ਨੂੰ ਹੁਸ਼ਿਆਰ ਕਰਨ, ਜਗਾਉਣ, ਉਸ ਨੂੰ ਆਪਣੇ ਬਲ ਦਾ ਅਹਿਸਾਸ ਕਰਾਉਣ ਲਈ ਕਦਮ ਚੁੱਕਿਆ ਹੈ। ਅਜੇ ਤੱਕ ਕਈ ਝੋਲੇ ਚੁੱਕ ਪੰਜਾਬੀਆਂ ਦੀ ਸੋਧ ਸੁਧਾਈ ਹੋਣੀ ਸੀ। ਥੋੜ੍ਹੇ ਚਿਰ ਨੂੰ ਉਹਨਾਂ ਨੂੰ ਵੀ ਸੋਧਣਾ ਸ਼ੁਰੂ ਕਰਨਾ ਸੀ, ਜਿਹੜੇ ਅੰਗਰੇਜ਼ ਖੂਨ ਕਰਦੇ ਹੋਏ ਵੀ ਨਿਰਦੋਸ਼ ਤੇ ਨਿਸ਼ਚਿੰਤ ਹਨ। ਮੈਂ ਤਾਂ ਘੋਲ ਕਰਨਾ ਜਾਣਦਾ ਹਾਂ, ਸਭ ਨੇ ਜਾਣਾ ਹੈ। ਮੈਂ ਤਾਂ ਗੋਰੇ ਹਾਕਮਾਂ ਨੂੰ ਵੀ ਆਖਦਾ ਹਾਂ, ਉਹ ਬਾਬੇ ਫਰੀਦ ਦੇ ਸ਼ਲੋਕ ਚੇਤੇ ਕਰਨ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤਣੇ ਹੋ। ਮਿਸਟਰ ਟੈਂਪ ਸੈਸ਼ਨ ਜੱਜ ਨੂੰ ਜਦੋਂ ਇਹ ਸ਼ਲੋਕ ਗਾ ਕੇ ਸੁਣਾਇਆ ਤਾਂ ਸਰਦਾਰ ਕਿਸ਼ਨ ਸਿੰਘ ਦੇ ਮੂੰਹ ਵੱਲੋਂ ਵੇਖਣ ਲੱਗ ਪਿਆ। ਫਿਰ ਉਸਨੇ ਅੰਗਰੇਜ਼ੀ ਵਿੱਚ ਇਸ ਦਾ ਅਰਥ ਦੀਵਾਨ ਪਿੰਡੀ ਦਾਸ ਕੋਲੋਂ ਸੁਣਿਆ ਤਾਂ ਗੰਭੀਰਤਾ ਨਾਲ ਸੋਚਣ ਲੱਗਾ। ਇਸ ਦਾ ਅਰਥ ਸਮਝੋ, ਜੇ ਮੇਰੇ ਵੱਡੇ ਵਡੇਰੇ ਮੇਰੇ ਕੋਲੋਂ ਤੁਰ ਗਏ ਹਨ ਤਾਂ ਮੈਂ ਵੀ ਨਹੀਂ ਰਹਿਣਾ। ਜੇ ਬੇਬੀਲੋਨ ਤੇ ਰੋਮਨ ਸਾਮਰਾਜ ਨਹੀਂ ਰਹੇ, ਮੁਗਲ ਸਾਮਰਾਜ ਦਾ ਅੰਤ ਹੋ ਗਿਆ, ਤਾਂ ਕੀ ਬਰਤਾਨਵੀ ਸਾਮਰਾਜ ਦਾ ਅੰਤ ਨਾ ਹੋਏਗਾ? ਸਿੰਘ ਦਾ ਬਿਆਨ ਸੱਚ ਆਸਰੇ ਕੜਕਵਾਂ ਸੀ। ਸ਼੍ਰੀ ਭਗਤ ਰਾਮਪੁਰੀ ਇਸ ਬਿਆਨ ਨਾਲ ਖੁਸ਼ ਨਹੀਂ ਸੀ, ਕਿਉਂਕਿ ਉਹ ਤਾਂ ਸਰਦਾਰ ਕਿਸ਼ਨ ਸਿੰਘ ਨੂੰ ਬਚਾਉਣਾ ਚਾਹੁੰਦਾ ਸੀ। ਪਰ ਸਰਦਾਰ ਕਿਸ਼ਨ ਸਿੰਘ ਜ਼ੁਰਮ ਇਕਬਾਲ ਕਰੀ ਜਾਂਦਾ ਸੀ। ਸਰਦਾਰ ਕਿਸ਼ਨ ਸਿੰਘ ਦਾ ਇਤਿਹਾਸਕ ਬਿਆਨ ਮੁੱਕਿਆ, ਸਾਰਿਆਂ ਦੇ ਬਿਆਨ ਹੋਏ, ਬਹਿਸ ਹੋਈ। ਜਦੋਂ ਦੋਹਾਂ ਪਾਸਿਆਂ ਦੇ ਵਕੀਲਾਂ ਨੇ ਆਪਣੀ ਅਕਲ ਤੇ ਕਾਨੂੰਨੀ ਜਾਣਕਾਰੀ ਦੀ ਚੰਗੀ ਪ੍ਰਦਰਸ਼ਨੀ ਕਰ ਲਈ ਤਾਂ ਅੰਗਰੇਜ਼ ਜੱਜ ਨੇ ਫੈਸਲਾ ਲਿਖਿਆ। ਉਸਨੇ ਸਰਦਾਰ ਕਿਸ਼ਨ ਸਿੰਘ ਬਾਰੇ ਇਉਂ ਲਿਖਿਆ, ਇਸਨੇ ਬਾਦਸ਼ਾਹ ਸਲਾਮਤ ਦੇ ਵਿਰੁੱਧ ਬਗਾਵਤ ਕੀਤੀ ਹੈ, ਹਥਿਆਰ ਰੱਖੇ, ਜ਼ੁਰਮ ਕਰਾਏ ਹਨ। ਇਹ ਖਤਰਨਾਕ ਸਾਜ਼ਿਸ਼ੀ ਹੈ। ਭਾਵੇਂ ਆਪ ਕਿਸੇ ਦਾ ਕਤਲ ਨਹੀਂ ਕੀਤਾ, ਪਰ ਜਿੰਨੇ ਕਤਲ ਹੋਏ ਹਨ ਉਹਨਾਂ ਦੀ ਜ਼ਿੰਮੇਵਾਰੀ ਇਸ ਤੇ ਹੈ। ਇਸ ਨੂੰ ਹੇਠ ਲਿਖੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਪਹਿਲੀ, ਹਥਿਆਰ ਰੱਖਣ ਦੇ ਜ਼ੁਰਮ ਵਿੱਚ 2 ਸਾਲ ਕੈਦ, 3 ਮਹੀਨੇ ਹੋਰ ਤੇ 200 ਰੁਪਇਆ ਜੁਰਮਾਨਾ। ਦੂਜੀ, ਗੁਪਤ ਤੌਰ ਤੇ ਪਿਸਤੌਲ, ਬੰਬ ਤੇ ਕਾਰਤੂਸ ਖਰੀਦਣ, ਰੱਖਣ ਤੇ ਵਰਤਣ ਬਦਲੇ 4 ਸਾਲ, 3 ਮਹੀਨੇ ਬੰਬ ਰੱਖਣ ਦੀ ਸਖਤ ਸਜ਼ਾ ਤੇ 100 ਰੁਪਇਆ ਜੁਰਮਾਨਾ। ਤੀਜੀ, ਬਾਦਸ਼ਾਹ ਵਿਰੁੱਧ ਬਗਾਵਤ ਕਰਨ ਦੇ ਦੋਸ਼ ਬਦਲੇ ਸਜ਼ਾਏ ਮੌਤ, ਫਾਂਸੀ। ਸਰਦਾਰ ਕਿਸ਼ਨ ਸਿੰਘ ਉਸ ਵੇਲੇ ਹਾਕਮ ਦੇ ਅੱਗੇ ਕਟਹਿਰੇ ਵਿੱਚ ਖਲੋਤਾ ਸੀ। ਮਿਸਟਰ ਟੈਂਪ ਨੇ ਸਜ਼ਾ ਸੁਣਾ ਕੇ ਜਦੋਂ ਸਰਦਾਰ ਕਿਸ਼ਨ ਸਿੰਘ ਵੱਲ ਦੇਖਿਆ, ਉਹ ਹੈਰਾਨ ਹੋਇਆ, ਕਿਉਂਕਿ ਸਰਦਾਰ ਕਿਸ਼ਨ ਸਿੰਘ ਸਜ਼ਾਵਾਂ ਸੁਣ ਕੇ ਮੁਸਕਰਾ ਰਿਹਾ ਸੀ। ਉਸ ਨੂੰ ਨਾ ਹੈਰਾਨੀ ਹੋਈ, ਨਾ ਭੈ, ਨਾ ਉਹਦੇ ਚਿਹਰੇ ਦਾ ਰੰਗ ਬਦਲਿਆ। ਸਰਦਾਰ ਕਿਸ਼ਨ ਸਿੰਘ ਜੱਜ ਬੋਲਿਆ, ਜੇ ਚਾਹੋ ਤਾਂ ਮੇਰੇ ਹੁਕਮ ਦੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹੋ। ਫਰੰਗੀਆਂ ਦੀਆਂ ਅਦਾਲਤਾਂ ਤੇ ਮੈਨੂੰ ਭਰੋਸਾ ਨਹੀਂ। ਮੈਂ ਸਜ਼ਾ ਨੂੰ ਪ੍ਰਵਾਨ ਕਰਦਾ ਹਾਂ, ਅਪੀਲ ਨਹੀਂ ਕਰਾਂਗਾ। ਸਰਦਾਰ ਕਿਸ਼ਨ ਸਿੰਘ ਨੇ ਉੱਤਰ ਦਿੱਤਾ। ਉਸ ਦੇ ਹੱਥੀਂ ਹੱਥ ਕੜੀ ਤੇ ਪੈਰੀਂ ਬੇੜੀ ਸੀ। ਉਹ ਖੁਸ਼ੀ ਨਾਲ ਬੇੜੀ ਖੜਕਾਉਂਦਾ ਹੋਇਆ ਪਾਸੇ ਹੋ ਗਿਆ। ਸੈਸ਼ਨ ਜੱਜ ਨੇ ਬਾਕੀ ਦੇ ਬੱਬਰਾਂ ਦੇ ਮੁਕੱਦਮੇ ਦਾ ਹੁਕਮ ਇਉਂ ਸੁਣਾਇਆ। ਕਰਮ ਸਿੰਘ ਤੇ ਨੰਦ ਸਿੰਘ ਨੂੰ ਸੰਬੋਧਨ ਕਰਕੇ ਜੱਜ ਨੇ ਕਿਹਾ, ਗਵਾਹੀਆਂ ਤੋਂ ਪੂਰਾ ਸਾਬਤ ਹੋ ਗਿਆ ਹੈ ਕਿ ਤੁਸਾਂ ਨੇ ਸੂਬੇਦਾਰ ਗੇਂਦਾ ਸਿੰਘ ਮਾਣੂਕੇ ਨੂੰ ਕਤਲ ਕੀਤਾ ਸੀ। ਤੁਸਾਂ ਨੂੰ ਸਜ਼ਾਏ ਮੌਤ, ਫਾਂਸੀ ਦਿੱਤੀ ਜਾਂਦੀ ਹੈ। ਦੋਵੇਂ ਸ਼ੇਰ ਹੁਕਮ ਸੁਣਦੇ ਹੋਏ ਕਾਇਮ ਰਹੇ। ਉਹਨਾਂ ਨੇ ਮੁਸਕਰਾ ਕੇ ਇੱਕ ਦੂਜੇ ਵੱਲ ਦੇਖਿਆ। ਸਿਪਾਹੀਆਂ ਨੇ ਉਹਨਾਂ ਨੂੰ ਪਿੱਛੇ ਕਰ ਦਿੱਤਾ।
ਸੰਤਾ ਸਿੰਘ ਨੂੰ ਇਹ ਸਜ਼ਾਵਾਂ 6.5 ਸਾਲ ਸਖਤ ਕੈਦ, 2 ਮਹੀਨੇ ਕੋਠੜੀ ਬੰਦ ਤੇ 200 ਰੁਪਇਆ ਜੁਰਮਾਨਾ ਗੁਪਤ ਤੌਰ ਤੇ ਹਥਿਆਰ ਰੱਖਣ ਦੇ ਜੁਰਮ ਵਿੱਚ। ਕਿਸ਼ਨ ਸਿੰਘ ਦੇ ਨਾਲ ਮਿਲ ਕੇ ਸਾਜ਼ਿਸ਼ ਕੀਤੀ ਤੇ ਬਾਦਸ਼ਾਹ ਵਿਰੁੱਧ ਬਗਾਵਤ ਵਿੱਚ ਹਿੱਸਾ ਲਿਆ, ਇਸ ਕਰਕੇ ਸਜ਼ਾਏ ਮੌਤ ਫਾਂਸੀ। ਬਾਬੂ ਸੰਤਾ ਸਿੰਘ ਦੇ ਪਿੱਛੋਂ ਵਾਰੀ ਆਈ ਨੌਜਵਾਨ ਦਲੀਪ ਸਿੰਘ ਧਾਮੀਆਂ ਦੀ। ਇਹ ਜੋਸ਼ੀਲਾ ਜਵਾਨ ਅਜੇ 16 ਸਾਲ ਦੀ ਉਮਰ ਦਾ ਸੀ। ਇਸ ਨੇ ਬਹੁਤ ਕਾਰਨਾਮੇ ਕੀਤੇ ਸਨ। ਹਾਕਮਾਂ ਪੁਲਿਸ ਵਾਲਿਆਂ ਦੀਆਂ ਗਵਾਹੀਆਂ ਅਨੁਸਾਰ ਜੱਜ ਨੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ। ਉਸ ਦੇ ਨਾਲ ਹੀ ਧਰਮ ਸਿੰਘ ਨੂੰ ਸਜ਼ਾਏ ਮੌਤ ਦਾ ਹੁਕਮ ਹੋਇਆ। ਫਾਂਸੀ ਦਾ ਹੁਕਮ ਸੁਣ ਕੇ ਦੋਹਾਂ ਹੀ ਨੌਜਵਾਨਾਂ ਨੇ ਅਦਾਲਤ ਵਿੱਚ ਹੀ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦਾ ਜੈਕਾਰਾ ਛੱਡਿਆ। ਅਦਾਲਤ ਦਾ ਕਮਰਾ ਗੂੰਜ ਉੱਠਿਆ। ਸਾਰੇ ਅਫਸਰ ਤੇ ਹਾਕਮ ਹੈਰਾਨ ਹੋ ਗਏ। ਫਾਂਸੀ ਦਾ ਹੁਕਮ ਸੁਣਾਉਣ ਪਿੱਛੋਂ ਪੁਲਿਸ ਨੇ ਦੂਸਰੀ ਸਿੰਘਾਂ ਦੀ ਟੋਲੀ ਨੂੰ ਜੱਜ ਦੇ ਸਨਮੁਖ ਪੇਸ਼ ਕੀਤਾ। ਉਸ ਟੋਲੀ ਵਿੱਚ 11 ਸਿੰਘ ਸਨ। ਸਰਦਾਰ ਦਲੀਪ ਸਿੰਘ ਗੋਸਲ, ਸਰਦਾਰ ਕਰਮ ਸਿੰਘ ਝਿੰਗੜ, ਸਰਦਾਰ ਆਤਮਾ ਸਿੰਘ ਬੀਕ, ਸਰਦਾਰ ਰਤਨ ਸਿੰਘ ਤੇ ਸਰਦਾਰ ਸੁੰਦਰ ਸਿੰਘ ਸਿੰਗੜੀ ਵਾਲਾ, ਸਰਦਾਰ ਦਲੀਪ ਸਿੰਘ ਨੰਬਰ 2, ਸਰਦਾਰ ਪਿਆਰਾ ਸਿੰਘ ਧਾਮੀਆਂ, ਸਰਦਾਰ ਠਾਕਰ ਸਿੰਘ, ਸਰਦਾਰ ਸੁਰਜਨ ਸਿੰਘ, ਸਰਦਾਰ ਧਰਮ ਸਿੰਘ ਤੇ ਸਰਦਾਰ ਬੂਟਾ ਸਿੰਘ ਪੰਡੋਰੀ ਨਿੱਜਰਾਂ। ਜਦੋਂ ਇਹਨਾਂ 11 ਸਿੰਘਾਂ ਦੀ ਟੋਲੀ ਜੱਜ ਦੇ ਸਾਹਮਣੇ ਪੇਸ਼ ਹੋਈ ਤਾਂ ਉਹਨਾਂ ਦੇ ਚਿਹਰੇ ਭਖਦੇ ਸਨ, ਨੇਤਰ ਮਸਤ ਤੇ ਚਮਕੀਲੇ ਸਨ। ਜੱਜ ਕੁਝ ਘਬਰਾਇਆ। ਉਹਨਾਂ ਨੂੰ ਹੱਥ ਕੜੀਆਂ ਤੇ ਬੇੜੀਆਂ ਪਾਈਆਂ ਹੋਈਆਂ ਸਨ। ਉਹ ਉੱਕੀ ਉਹਨਾਂ ਦੀ ਪਹੁੰਚ ਤੋਂ ਦੂਰ ਸੀ, ਫਿਰ ਵੀ ਜੱਜ ਤਰਬਕ ਜਿਹਾ ਗਿਆ। ਸਿੰਘਾਂ ਨੇ ਮੁੱਛਾਂ ਨੂੰ ਤਾਹ ਦਿੱਤੇ ਹੋਏ ਸਨ। ਇਨਕੋ ਉਮਰ ਕੈਦ ਕਾਲੇ ਪਾਣੀ। ਇਹ ਕੋਈ ਵੱਡੀ ਸਜ਼ਾ ਨਹੀਂ ਸੀ। ਉਹ ਤਾਂ ਖਿਆਲ ਕਰਦੇ ਸਨ ਕਿ ਜਥੇਦਾਰ ਦੇ ਨਾਲ ਹੀ ਉਹਨਾਂ ਨੂੰ ਸ਼ਹਾਦਤ ਦਾ ਪਿਆਲਾ ਪੀਣਾ ਪਵੇਗਾ। ਜਨਮ ਸਫਲ ਕਰ ਜਾਣਗੇ। ਮਨੁੱਖ ਜੰਮਦਾ ਤੇ ਮਰਦਾ ਜ਼ਰੂਰ ਰਹਿੰਦਾ ਹੈ, ਪਰ ਜੇ ਉਹ ਨੇਕੀ ਦਾ ਕੰਮ ਕਰਕੇ ਮਰ ਜਾਏ ਤਾਂ ਅਮਰ ਰਹਿੰਦਾ ਹੈ। ਰਹਿੰਦੇ ਜੀਵਨ ਦਾ ਕੀ ਭਰੋਸਾ, ਕਿਤੇ ਕੋਈ ਵੱਡੀ ਭੁੱਲ ਕਰਕੇ ਨੇਕ ਤੇ ਚੰਗੇ ਪੁਰਸ਼ਾਂ ਵਿੱਚ ਗਿਣੇ ਜਾਣ ਦੀ ਥਾਂ ਮਾੜਿਆਂ ਵਿੱਚ ਗਿਣਿਆ ਜਾਵੇ। ਜੀਵਨ ਹੋਇਆ ਜੋ ਤਿਲਕਣਬਾਜ਼ੀ। ਕਾਲੇ ਪਾਣੀ ਉਮਰ ਕੈਦ ਦੀ ਸਜ਼ਾ ਦਾ ਹੁਕਮ ਸੁਣਾ ਕੇ ਜੱਜ ਨੇ ਇਸ਼ਾਰਾ ਕੀਤਾ ਕਿ ਪੁਲਿਸ ਇੱਕਦਮ ਬਾਹਰ ਲੈ ਜਾਏ। ਉਹ ਬਾਹਰ ਚਲੇ ਗਏ। ਅਦਾਲਤ ਦਾ ਕਮਰਾ ਖਾਲੀ ਹੋ ਗਿਆ ਤਾਂ ਕੋਰਟ ਇੰਸਪੈਕਟਰ ਠਾਕਰ ਦਾਸ ਨੂੰ ਜੱਜ ਨੇ ਅੰਗਰੇਜ਼ੀ ਵਿੱਚ ਕਿਹਾ ਕਿ ਇਹ ਸਾਰੇ ਬੰਦੇ ਬੜੇ ਖਤਰਨਾਕ ਮਾਲੂਮ ਹੁੰਦੇ ਹਨ। ਖੈਰ, ਉਮਰ ਕੈਦ ਕਾਫੀ ਇਹਨਾਂ ਵਾਸਤੇ। ਹਜ਼ੂਰ ਹੱਕ ਤਾਂ ਫਾਂਸੀ ਦਾ ਸੀ। ਕਾਤਲ ਤੇ ਬਾਗੀ ਸਨ, ਪਰ ਚਲੋ ਹਜ਼ੂਰ ਦੀ ਮਰਜ਼ੀ। ਠਾਕਰ ਦਾਸ ਨੇ ਅੰਗਰੇਜ਼ ਜੱਜ ਨੂੰ ਆਖਿਆ। ਉਹ ਆਪਣੇ ਆਪ ਨੂੰ ਭੁੱਲ ਗਿਆ ਕਿ ਉਹ ਪੰਜਾਬੀ ਸੀ। ਉਹ ਆਪਣੇ ਆਪ ਨੂੰ ਇੰਗਲਿਸ਼ਤਾਨ ਦੀ ਕਿਸੇ ਅਦਾਲਤ ਵਿੱਚ ਖਲੋਤਾ ਹੋਇਆ ਖਿਆਲ ਕਰ ਰਿਹਾ ਸੀ। ਭਾਰਤ ਬੋਤਲ ਵਿੱਚ ਅੰਗਰੇਜ਼ੀ ਸੀ। ਦੂਸਰੋਂ ਕੋ ਬੁਲਾਓ। ਹੱਥ ਕੜੀਆਂ ਤੇ ਬੇੜੀਆਂ ਰੂਪੀ ਗਹਿਣਿਆਂ ਦੀ ਛਣਕਾਰ ਵਿੱਚ ਦੂਸਰੀ ਵੱਡੀ ਟੋਲੀ ਅਦਾਲਤ ਦੇ ਕਮਰੇ ਵਿੱਚ ਦਾਖਲ ਹੋਈ। ਉਸ ਵਿੱਚ 15 ਸਿੰਘ ਸਨ। ਸਰਦਾਰ ਬੰਤਾ ਸਿੰਘ, ਸਰਦਾਰ ਉਜਾਗਰ ਸਿੰਘ, ਸਰਦਾਰ ਸ਼ਿਵ ਸਿੰਘ ਬਬੇਲੀ, ਸਰਦਾਰ ਬੰਤਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਵਰਿਆਮ ਸਿੰਘ ਤੇ ਸਰਦਾਰ ਵਰਿਆਮ ਸਿੰਘ ਪਧਿਆਣਾ, ਸਰਦਾਰ ਕਰਤਾਰ ਸਿੰਘ ਪੰਡੋਰੀ ਨਿੱਜਰਾਂ, ਸਰਦਾਰ ਰਾਮ ਸਿੰਘ, ਸਰਦਾਰ ਦੁੰਮਣ ਸਿੰਘ, ਸਰਦਾਰ ਗੁਰਬਚਨ ਸਿੰਘ, ਸਰਦਾਰ ਹਰਦਿੱਤ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਠਾਕਰ ਸਿੰਘ ਡੁਮੇਲੀ ਅਤੇ ਸਰਦਾਰ ਕਰਤਾਰ ਸਿੰਘ ਨੰਬਰ 4। ਇਹਨਾਂ 15 ਆਦਮੀਆਂ ਨੂੰ 7 ਸਾਲ ਸਖਤ ਕੈਦ, 3 ਮਹੀਨੇ ਚੱਕੀ ਬੰਦ ਅਤੇ 100 ਰੁਪਇਆ ਜੁਰਮਾਨਾ। ਇਹ ਵੀ ਲਿਖ ਦਿੱਤਾ ਕਿ ਜੇ ਕੋਈ ਜੁਰਮਾਨਾ ਨਾ ਤਾਰੇ ਤਾਂ ਉਸ ਨੂੰ 1 ਸਾਲ ਸਜ਼ਾ ਹੋਰ ਭੁਗਤਣੀ ਪਵੇਗੀ। 7 ਸਾਲ ਦੀ ਸਜ਼ਾ ਸੁਣ ਕੇ ਹੱਸਦੇ ਤੇ ਇੱਕ ਦੂਸਰੇ ਦਾ ਹੌਸਲਾ ਵਧਾਉਂਦੇ ਹੋਏ ਸਾਰੇ ਸੂਰਮੇ ਅਦਾਲਤ ਦੇ ਕਮਰੇ ਵਿੱਚੋਂ ਬਾਹਰ ਹੋ ਗਏ। ਕਿਸੇ ਨੇ ਜੱਜ ਦੇ ਅੱਗੇ ਤਰਲਾ ਨਾ ਕੀਤਾ ਕਿ ਉਸ ਦਾ ਜੁਰਮਾਨਾ ਹੀ ਮਾਫ ਕੀਤਾ ਜਾਏ। ਉਸ ਟੋਲੀ ਨਾਲੋਂ ਵੀ ਵੱਡੀ ਟੋਲੀ ਆਈ। ਉਸ ਵਿੱਚ 21 ਬੱਬਰ ਸਨ। ਕੁਝ ਦੀ ਜਵਾਨ ਉਮਰ ਸੀ ਤੇ ਕੁਝ ਅੱਧ-ਖੜ ਉਮਰ ਦੇ ਸਨ। ਉਹਨਾਂ ਬੱਬਰਾਂ ਦੀ ਸਹਾਇਤਾ ਕੀਤੀ ਸੀ। ਕਿਸੇ ਨੇ ਅਸਲਾ ਦਿੱਤਾ ਸੀ, ਕਿਸੇ ਨੇ ਰੋਟੀਆਂ ਖਵਾਈਆਂ ਸਨ ਤੇ ਕਿਸੇ ਨੇ ਬੱਬਰਾਂ ਨੂੰ ਆਪਣੇ ਘਰ ਰੱਖਿਆ ਸੀ। ਉਹਨਾਂ ਦੇ ਨਾਮ ਸਨ
ਸਰਦਾਰ ਪ੍ਰੇਮ ਸਿੰਘ, ਸਰਦਾਰ ਅਰਜਨ ਸਿੰਘ, ਸਰਦਾਰ ਊਧਮ ਸਿੰਘ, ਸਰਦਾਰ ਸਰਦੂਲ ਸਿੰਘ, ਸਰਦਾਰ ਮੁਨਸ਼ਾ ਸਿੰਘ, ਸਰਦਾਰ ਮਹਿੰਗਾ ਸਿੰਘ, ਸਰਦਾਰ ਸੁਰਜਨ ਸਿੰਘ, ਸਰਦਾਰ ਧਰਮ ਸਿੰਘ, ਸਰਦਾਰ ਚੰਚਲ ਸਿੰਘ, ਸਰਦਾਰ ਭਾਨ ਸਿੰਘ, ਸਰਦਾਰ ਦਲੀਪ ਸਿੰਘ, ਸਰਦਾਰ ਮੂਲਾ ਸਿੰਘ, ਸਰਦਾਰ ਬਖਸ਼ੀਸ਼ ਸਿੰਘ, ਸਰਦਾਰ ਛੱਜਾ ਸਿੰਘ, ਸਰਦਾਰ ਕਰਤਾਰ ਸਿੰਘ, ਸਰਦਾਰ ਪੰਤਾ ਸਿੰਘ, ਸਰਦਾਰ ਦਲੀਪ ਸਿੰਘ, ਸਰਦਾਰ ਬੰਤਾ ਸਿੰਘ ਬਹਿਬਲਪੁਰ, ਸਰਦਾਰ ਫਕੀਰ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਭਗਵਾਨ ਸਿੰਘ। ਉਪਰੋਕਤ ਸਾਰੇ ਸੱਜਣਾਂ ਨੂੰ 5-5 ਸਾਲ ਸਖਤ ਕੈਦ, 1-1 ਮਹੀਨਾ ਕੋਠੀ ਬੰਦ ਅਤੇ 100-100 ਰੁਪਇਆ ਜੁਰਮਾਨਾ ਨਾ ਤਾਰਨ ਤੇ 1 ਸਾਲ ਹੋਰ ਸਖਤ ਕੈਦ। ਉਹ ਟੋਲੀ ਦੇ ਜਾਣ ਪਿੱਛੋਂ 3 ਹੋਰ ਆਏ। ਉਹਨਾਂ ਨੂੰ 6-6 ਸਾਲ ਸਖਤ ਹੁਕਮ ਦਿੱਤਾ ਗਿਆ ਅਤੇ ਬਾਕੀ ਗੱਲਾਂ ਪਹਿਲਾਂ ਵਾਲੀਆਂ ਹੀ ਸਨ। ਸਰਦਾਰ ਛੱਜਾ ਸਿੰਘ, ਸਰਦਾਰ ਹਰਨਾਮ ਸਿੰਘ ਅਤੇ ਸਰਦਾਰ ਅਮਰ ਸਿੰਘ। ਇਹ ਹੁਕਮ 28 ਫਰਵਰੀ 1927 ਨੂੰ ਸੁਣਾਇਆ ਗਿਆ। ਹੁਕਮ ਸੁਣਾ ਕੇ ਟੈਂਪ ਸਾਹਿਬ ਨੇ ਸੁੱਖ ਦਾ ਸਾਹ ਲਿਆ। ਮੁਕੱਦਮੇ ਦੇ ਦਿਨਾਂ ਵਿੱਚ ਉਸ ਨੂੰ ਸ਼ੱਕ ਤੇ ਪੈ ਰਿਹਾ ਸੀ ਕਿ ਕੋਈ ਬੱਬਰ ਉਸ ਦਾ ਘੋਗਾ ਨਾ ਚੁੱਕ ਦੇਵੇ। 2 ਫਰਵਰੀ ਦੁਪਹਿਰ ਸਭ ਨੂੰ ਜੇਲ੍ਹ ਭੇਜਿਆ ਗਿਆ। ਉਹਨਾਂ ਦੇ ਉਦਾਲੇ ਲੀੜੇ ਬਦਲ ਕੇ ਕੈਦੀਆਂ ਵਾਲੇ ਪਵਾ ਦਿੱਤੇ। ਟਿਕਟਾਂ ਤੇ ਮੁਸ਼ਕਲਾਂ ਲਿਖ ਦਿੱਤੀਆਂ ਨੇ। ਸਭ ਨੂੰ ਚੱਕੀਆਂ ਬੰਦ ਦਾ ਹੁਕਮ ਹੋਇਆ। ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਨਾਂ ਨੂੰ ਫਾਂਸੀ ਵਾਲੀਆਂ ਕੋਠੜੀਆਂ ਵੱਲ ਜਾਣ ਵਾਸਤੇ ਦਰੋਗੇ ਨੇ ਹੁਕਮ ਦਿੱਤਾ। ਲਾਹੌਰ ਜੇਲ੍ਹ ਦੀ ਡਿਊਟੀ ਤੇ ਉਸ ਦੇ ਚੱਕਰ ਵਿੱਚ ਸਾਰੇ ਬੱਬਰ ਅੰਤਿਮ ਵਾਰ ਇਕੱਠੇ ਹੋਏ। ਭਾਵੇਂ ਜਮਦੂਤ ਰੂਪ ਵਾਰਡਾਂ ਤੇ ਮੀਆਂਵਾਲੀ ਦੇ ਬਦਮਾਸ਼ ਨੰਬਰਦਾਰਾਂ ਨੇ ਉਹਨਾਂ ਨੂੰ ਖੁੱਲ੍ਹ ਕੇ ਹੱਸਣ ਤੇ ਇੱਕ ਦੂਸਰੇ ਨੂੰ ਮਿਲਣ ਨਾ ਦਿੱਤਾ, ਫਿਰ ਵੀ ਉਹਨਾਂ ਨੇ ਇੱਕ ਵਾਰ ਸਭ ਨੂੰ ਰੱਜ ਕੇ ਦੇਖਿਆ। ਸਰਦਾਰ ਕਿਸ਼ਨ ਸਿੰਘ ਤੇ ਬਾਬਾ ਬੰਤਾ ਸਿੰਘ ਨੇ ਸਭ ਨੂੰ ਫਤਿਹ ਬੁਲਾ ਕੇ ਕਿਹਾ, ਚੰਗਾ ਸਿੰਘੋ, ਚੇਤੇ ਰੱਖਣਾ, ਕੈਦਾਂ ਮੁੱਕਣੀਆਂ, ਜੰਜੀਰਾਂ ਟੁੱਟਣੀਆਂ, ਦਿਲ ਰੱਖ ਕੇ ਜੇਲ੍ਹ ਦੇ ਕਸ਼ਟ ਝੱਲਣੇ ਤੇ ਬਾਹਰ ਜਾ ਕੇ ਮੁੜ ਸੁਤੰਤਰਤਾ ਦੇ ਘੋਲ ਵਿੱਚ ਕੁੱਦਣਾ। ਤੇ ਤੁਸਾਂ ਦੇ ਰਿਹਾ ਸਮੇਂ ਹਿੰਦੁਸਤਾਨ ਆਜ਼ਾਦ ਨਾ ਹੋਇਆ ਤਾਂ ਮੈਂ ਮਰ ਕੇ ਫਿਰ ਜਨਮ ਲਵਾਂਗਾ। ਵਾਰਡਾਂ ਤੇ ਨੰਬਰਦਾਰਾਂ ਨੇ ਧੱਕ ਕੇ ਉਸ ਨੂੰ ਫਾਂਸੀ ਦੀਆਂ ਕੋਠੜੀਆਂ ਵੱਲ ਤੋਰ ਲਿਆ। ਇੱਕ ਵੱਖਰੀ ਕੋਠੀ ਵਿੱਚ ਬੰਦ ਕਰ ਦਿੱਤਾ। ਧੰਨਵਾਦ।